ਡਿਵੈਲਪਮੈਂਟ ਦਾ ਪਾਰਟ ਹੈ। ਹੁਣ ਇੱਕ ਹੈਗਾ ਰੀਜਨਲ ਲੈਂਗੁਏਜਿਸ ਦਾ ਮਤਲਬ ਹੈ ਜਿਹੜੀ ਖੇਤਰੀ ਭਾਸ਼ਾ ਹੁੰਦੀ ਹੈ, ਜਿਵੇਂ ਆਪਾਂ ਕਹੀਏ ਪੰਜਾਬ ਦੇ ਵਿੱਚ ਪੰਜਾਬੀ ਹੋ ਗਈ, ਹਰਿਆਣੇ 'ਚ ਹਰਿਆਣਵੀ ਹੋ ਗਈ, ਠੀਕ ਹੈ ਨਾ, ਜਾਂ ਆਪਾਂ ਹਿੰਦੀ ਕਹਿ ਸਕਦੇ ਹਾਂ, ਮਲਿਆਲਮ, ਤਾਮਿਲ, ਉਹ ਸਾਰੇ ਇੱਕ ਖੇਤਰੀ ਹੈ, ਇੱਕ ਪਾਰਟ ਨੂੰ ਰਿਪਰੈਜ਼ੈਂਟ ਕਰਦੀਆਂ, ਇੱਕ ਜਗ੍ਹਾ ਤੇ ਬੋਲੀਆਂ ਜਾਂਦੀਆਂ। ਕੀ ਉਹਦੇ ਵਿੱਚ ਕੰਪਿਊਟਰ ਦਾ ਕੰਮ ਹੋ ਸਕਦਾ ਹੈ? ਬਿਲਕੁਲ ਹੋ ਸਕਦਾ ਹੈ, ਪਰ ਜਦੋਂ ਕੰਮ ਹੋ ਸਕਦਾ ਹੈ ਤਾਂ ਜਦੋਂ ਸਾਨੂੰ ਯੂਨੀਕੋਡ ਬੇਸਡ ਫੌਂਟਸ ਦੀ ਜ਼ਰੂਰਤ ਪਊਗੀ, ਉਹ ਆਪਾਂ ਅੱਜ ਦੇਖਾਂਗੇ ਵੀ ਕਦੋਂ ਉਹਦੀ ਸ਼ੁਰੂਆਤ ਹੋਈ ਜਾਂ ਕੀ ਉਸਦੀ ਜ਼ਰੂਰਤ ਹੈ। ਜੋ ਹਿਸਟਰੀ ਕੰਪਿਊਟਰ ਦੀ ਹੈ, ਲਾਈਕ ਜਿਵੇਂ ਆਪਾਂ ਕਹਿੰਦੇ ਪਹਿਲਾ ਕੰਪਿਊਟਰ ਅਬੈਕਸ ਹੈ, ਜੋ ਹਜ਼ਾਰਾਂ ਸਾਲ ਪਹਿਲਾਂ ਬਣਿਆ ਸੀ, ਤੇ ਫਾਦਰ ਆਫ ਕੰਪਿਊਟਰ ਆਪਾਂ ਬੋਲਦੇ ਹਾਂ ਚਾਰਲਸ ਬੈਬੇਜ ਨੂੰ, ਜਾਂ ਇਹਦੀ ਐਗਜ਼ੈਕਟ ਟਰਮ ਹੈ ਫਾਦਰ ਆਫ ਮਾਡਰਨ ਕੰਪਿਊਟਰ ਇਜ਼ ਚਾਰਲਸ ਬੈਬੇਜ। ਹੁਣ ਚਾਰਲਸ ਬੈਬੇਜ ਵਾਲੀ ਜਿਹੜੀ ਗੱਲ ਹੈ, ਇਹ ਹੈਗੀ 100 ਸਾਲ ਜਾਂ 150 ਸਾਲ ਪੁਰਾਣੀ। ਜਿਹੜਾ ਅਬੈਕਸ ਹੈ ਉਹ 1000, 2000, ਈਵਨ 4000 ਸਾਲ ਪੁਰਾਣੀ ਗੱਲ ਹੈ। ਹੁਣ ਫਾਦਰ ਆਫ ਕੰਪਿਊਟਰ ਦਾ ਮਤਲਬ ਹੈ, ਜਾਂ ਚਾਰਲਸ ਬੈਬੇਜ ਨੂੰ ਫਾਦਰ ਆਫ ਕੰਪਿਊਟਰ ਆਪਾਂ ਇਸ ਕਰਕੇ ਕਹਿੰਦੇ ਸੀ ਕਿਉਂਕਿ ਇਸਨੇ ਸਾਨੂੰ ਸਟੋਰੇਜ ਦਾ ਕੰਸੈਪਟ ਦਿੱਤਾ ਸੀ ਵੀ ਸਾਡੇ ਕੰਪਿਊਟਰ 'ਚ ਚੀਜ਼ਾਂ ਸਟੋਰ ਹੋ ਸਕਦੀਆਂ। ਤੁਸੀਂ ਇਸ ਦੇ ਬਾਰੇ ਹੋਰ ਇਨਫੋਰਮੇਸ਼ਨ ਹਿਸਟਰੀ ਆਫ ਕੰਪਿਊਟਰ ਬਾਰੇ ਇਸ ਲਿੰਕ ਤੋਂ ਲੈ ਸਕਦੇ ਆ। ਇਹ ਮੈਂ ਤੁਹਾਨੂੰ ਚੈਟ ਬਾਕਸ 'ਚ ਵੀ ਸ਼ੇਅਰ ਕਰ ਦੂੰਗਾ ਇਹ ਲਿੰਕ, ਜਾਂ ਇਹ ਲਿੰਕ ਤੁਸੀਂ ਟਾਈਪ ਕਰਕੇ ਆਪਣੇ ਬਰਾਊਜ਼ਰ ਤੇ ਉੱਥੋਂ ਵੀ ਤੁਸੀਂ ਇਹ ਚਲਾ ਸਕਦੇ ਆ। ਹਿਸਟਰੀ ਆਫ ਕੰਪਿਊਟਰ ਇੱਕ ਬੇਸਿਕ ਤਰੀਕੇ ਨਾਲ ਸਮਝਾਇਆ ਹੋਇਆ। ਕੰਪਿਊਟਰ ਕੀ ਇੱਕ ਇਲੈਕਟ੍ਰੋਨਿਕ ਡਿਵਾਈਸ ਹੈ, ਜਿਹੜੇ ਅੱਜ ਕੱਲ੍ਹ ਆਪਾਂ ਕੰਪਿਊਟਰ ਵਰਤਦੇ ਹਾਂ। ਉਹਦਾ ਮਤਲਬ ਹੈ ਇਹ ਕੇਵਲ 2 ਸਟੇਟਸ 'ਚ ਹੀ ਕੰਮ ਕਰਦੀਆਂ, 0 ਅਤੇ 1। ਇੱਕ 0 ਹੈ, ਇੱਕ 1 ਹੈ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਔਨ ਅਤੇ ਆਫ। 1 ਦਾ ਮਤਲਬ ਔਨ, 0 ਦਾ ਮਤਲਬ ਆਫ। ਜਿਹੜੀ ਇਲੈਕਟ੍ਰੋਨਿਕ ਡਿਵਾਈਸ ਹੈ ਉਹ 0-1 ਦੀ ਭਾਸ਼ਾ ਹੀ ਸਮਝਦੀ ਹੈ। ਜਿਹੜਾ ਚਾਰਲਸ ਬੈਬੇਜ ਨੇ ਕੰਪਿਊਟਰ ਬਣਾਇਆ ਸੀ, ਉਹ ਬੇਸਿਕਲੀ ਸੀ ਮਕੈਨੀਕਲ ਕੰਪਿਊਟਰ, ਜਿਹਦਾ ਨਾਮ ਸੀ ਐਨਾਲਿਟੀਕਲ ਇੰਜਨ। ਉਸ ਤੋਂ ਬਾਅਦ ਆਏ ਇਲੈਕਟ੍ਰੀਕਲ ਕੰਪਿਊਟਰ, ਬਟ ਜਿਹੜੇ ਕੰਪਿਊਟਰ ਐਕਚੁਅਲ 'ਚ ਪਪੂਲਰ ਹੋਏ ਜਾਂ ਜਿਹੜੇ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਉਹ ਹੈਗੇ ਇਲੈਕਟ੍ਰੋਨਿਕ ਕੰਪਿਊਟਰ। ਇਲੈਕਟ੍ਰੋਨਿਕ ਕੰਪਿਊਟਰ 'ਚ ਕੇਵਲ 0-1 ਦੀ ਭਾਸ਼ਾ ਹੈ। ਜਦੋਂ ਜਿਹੜਾ ਕੰਪਿਊਟਰ ਹੈ ਉਹ ਕੇਵਲ 0-1 ਦੀ ਭਾਸ਼ਾ ਸਮਝਦਾ ਹੈ, ਪਲੱਸ ਉਹ ਕੋਡਿੰਗ ਸਿਸਟਮ ਹੀ ਸਮਝਦਾ, ਕੇਵਲ 0 ਦੇ ਵਿੱਚ ਜੋ ਵੀ ਲਿਖਿਆ ਹੋਇਆ, ਚਾਹੇ ਉਹ ਲਿਖਿਆ ਹੋਇਆ, ਚਾਹੇ ਉਹ ਰੰਗ ਹੈ, ਲਾਲ, ਪੀਲੇ, ਨੀਲੇ, ਕੌਮੇ, ਬਿੰਦੀਆਂ, ਬਰੈਕਟਾਂ, ਕੋਈ ਵੀ ਚੀਜ਼ ਹੈ, ਕੰਪਿਊਟਰ ਨੇ ਉਹਨੂੰ 0-1 ਚ ਕਨਵਰਟ ਕਰਨਾ ਹੈ। ਚਾਹੇ ਉਹ ਫਿਲਮ ਹੈ, ਚਾਹੇ ਉਹ ਗਾਣਾ ਆ, ਚਾਹੇ ਉਹ ਸਾਡੀ ਫੋਟੋ ਆ। ਇੱਕ ਐਗਜ਼ਾਮਪਲ ਮੰਨ ਕੇ ਚੱਲਦੇ ਆ, ਐਕਚੁਅਲ 'ਚ ਇਹ ਨੰਬਰ ਹੈ ਨਹੀਂ, ਪਰ ਸਮਝਣ ਦੇ ਲਈ ਮੈਂ ਇੱਕ ਲਿਖ ਕੇ ਸਪੋਜ਼ ਕਰਕੇ ਚੱਲ ਰਿਹਾ। A ਦੀ ਵੈਲਿਊ ਸਪੋਜ਼ 20 ਹੈ, B ਦੀ 21 ਹੈ, C ਦੀ 22 ਹੈ। 20 ਨੂੰ ਆਪਾਂ 0-1 ਦੇ ਵਿੱਚ ਕਿਵੇਂ ਲਿਖਦੇ ਹਾਂ? 1-0-1-0-0। 21 ਨੂੰ ਕਿਵੇਂ ਲਿਖਦੇ ਹਾਂ? 1-0-1-0-1। 22 ਨੂੰ ਕਿਵੇਂ ਲਿਖਦੇ ਹਾਂ? 1-0-1-1-0। ਇਹਨੂੰ ਬਾਈਨਰੀ ਲੈਂਗੁਏਜ ਕਹਿੰਦੇ ਆ। ਇਹਦੇ ਬਾਰੇ ਵੀ ਮੈਂ ਇੱਕ YouTube ਤੇ ਇੱਕ ਛੋਟਾ ਜਿਹਾ ਵੀਡੀਓ ਬਣਾਇਆ ਹੋਇਆ, ਤੁਸੀਂ ਉਸ ਤੇ ਜਾ ਕੇ ਦੇਖਿਓ, ਮੈਂ ਉਹਦਾ ਲਿੰਕ ਵੀ ਤੁਹਾਡੇ ਇਸ ਨਾਲ ਸ਼ੇਅਰ ਕਰ ਲੂੰਗਾ, ਜਾਂ ਜਦੋਂ ਤੁਸੀਂ ਹਿਸਟਰੀ ਆਫ ਕੰਪਿਊਟਰ ਦੇਖੋਗੇ ਉਹਦੇ ਨਾਲ ਤੁਹਾਨੂੰ ਉਸ ਦਾ ਲਿੰਕ ਵੀ ਮਿਲ ਜਾਊਗਾ। ਹੁਣ ਆਪਾਂ ਬੇਸਿਕ ਇੱਥੇ ਇਹ ਸਮਝ ਰਹੇ ਹਾਂ ਵੀ ਜਿਹੜਾ A ਲਿਖਣਾ ਉਹਨੂੰ ਕੰਪਿਊਟਰ 'ਚ ਆਪਾਂ ਐਵੇਂ ਲਿਖ ਦਾਂਗੇ 1-0-1-0-0। ਇਕੱਲਾ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝ ਰਹੇ ਹਾਂ, ਸੌਖਾ ਬਣਾਉਣ ਲਈ ਐਗਜ਼ਾਮਪਲ ਨੂੰ। B ਨੂੰ ਆਪਾਂ ਐਵੇਂ ਲਿਖ ਦਾਂਗੇ 1-0-1-0-1। C ਨੂੰ ਆਪਾਂ ਐਵੇਂ ਲਿਖ ਦਾਂਗੇ 1-0-1-1-0। ਐਵੇਂ ਸਾਰਿਆਂ ਨੂੰ ਕੌਮੇ, ਬਿੰਦੀਆਂ, ਜਿੰਨੇ ਵੀ ਬੋਲਡ ਕਰ ਰਹੇ, ਇਟਾਲਿਕ ਕਰ ਰਹੇ, ਹਰੇਕ ਦਾ ਇੱਕ ਕੋਡ ਦੇਤਾ। ਤੇ ਜਦੋਂ ਕੰਪਿਊਟਰ ਸਟਾਰਟਿੰਗ ਦੀ ਗੱਲ ਕਰ ਰਹੇ, ਜਦੋਂ ਕੰਪਿਊਟਰ ਬਣਨੇ ਸ਼ੁਰੂ ਹੋਏ ਸੀ ਜਾਂ ਬਣ ਰਹੇ ਸੀ, ਉਦੋਂ ਬੜੀ ਤਰ੍ਹਾਂ ਦੇ ਕੋਡਿੰਗ ਸਿਸਟਮ ਆ ਗਏ। ਮਤਲਬ ਜਿਵੇਂ ਇੱਕ ਕੰਪਨੀ ਦੇ ਕੰਪਿਊਟਰ ਨੇ A ਨੂੰ 20 ਦੇਤਾ, B ਨੂੰ 21, C ਨੂੰ 22। ਦੂਸਰੀ ਕੰਪਨੀ ਹੈ, ਉਹਨੂੰ ਇਹ ਕੋਡਿੰਗ ਸਿਸਟਮ ਠੀਕ ਨਹੀਂ ਲੱਗਿਆ, ਉਹਨੇ ਇਹਨੂੰ ਥੋੜਾ ਹੋਰ ਬਦਲਤਾ, A ਨੂੰ ਕੁਝ ਹੋਰ ਕੋਡ ਦੇਤਾ, B ਨੂੰ ਕੁਝ ਹੋਰ, C ਨੂੰ ਕੁਝ ਹੋਰ। ਐਵੇਂ ਬੜੀ ਤਰ੍ਹਾਂ ਦੇ ਕੋਡਿੰਗ ਸਿਸਟਮ ਬਣ ਗਏ ਤੇ ਇਹ ਚੀਜ਼ ਬੜੀ ਵਧੀਆ ਚੱਲੀ। ਉਸ ਟਾਈਮ ਦੀ ਗੱਲ ਹੈ। ਕੰਪਿਊਟਰ ਇਜ਼ ਯੂਜ਼ਡ ਓਨਲੀ ਫॉर ਇੰਡੀਵਿਜੂਅਲ ਵਰਕ, ਲਾਈਕ ਟੂ ਮੇਕ ਸਮ ਕੈਲਕੂਲੇਸ਼ਨ ਔਰ ਸਟੋਰ ਸਮ ਟੈਕਸਟ ਫਾਈਲਸ। ਮਤਲਬ ਕੇਵਲ ਇੱਕ ਕੁਝ ਖਾਸ ਕੰਮ ਲਈ ਜਾਂ ਆਪਣੇ ਕੰਮ ਲਈ ਵਰਤ ਸਕਦੇ ਸੀ ਆਪਾਂ ਕੰਪਿਊਟਰ। ਜਿਹੜੀ ਥੱਲੇ ਲਾਈਨ ਦੇਖੋ, ਪੜੋ, ਨੋ ਕੰਸੈਪਟ ਆਫ ਸ਼ੇਅਰਿੰਗ ਇਨਫੋਰਮੇਸ਼ਨ। ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨ ਦਾ ਕੰਸੈਪਟ ਨਹੀਂ ਸੀ ਵੀ ਆਪਾਂ ਇਨਫੋਰਮੇਸ਼ਨ ਇੱਕ ਜਗ੍ਹਾ ਤੋਂ ਕੰਪਿਊਟਰ ਤੋਂ ਦੂਜੀ ਜਗ੍ਹਾ ਤੇ ਨਹੀਂ ਭੇਜ ਸਕਦੇ ਸੀ, ਜਾਂ ਉਦੋਂ ਲੋੜ ਹੀ ਨਹੀਂ ਸੀ, ਜਾਂ ਉਦੋਂ ਇਹ ਮਹਿਸੂਸ ਹੀ ਨਹੀਂ ਹੋਇਆ ਵੀ ਆਪਾਂ ਕੰਪਿਊਟਰ ਤੋਂ ਇੱਕ ਜਗ੍ਹਾ ਤੋਂ ਇਨਫੋਰਮੇਸ਼ਨ ਦੂਜੀ ਜਗ੍ਹਾ ਤੇ ਭੇਜਣੀ ਹੈ। ਪਰ ਜਦੋਂ ਇਨਫੋਰਮੇਸ਼ਨ ਸ਼ੇਅਰਿੰਗ ਦੀ ਗੱਲ ਆਈ ਕਿ ਆਪਾਂ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੇ ਮੈਸੇਜ ਭੇਜਣਾ, ਭੇਜਣ ਵਾਲੇ ਨੇ, ਸੈਂਡਰ ਨੇ ਹੈਲੋ ਸੈਂਡ ਕਰਤਾ, ਤੇ ਜਿਹੜਾ ਰਿਸੀਵਰ ਸੀ ਉਹਨੂੰ ਹੈਲੋ ਮਿਲਿਆ ਹੀ ਨਹੀਂ, ਉਹਨੂੰ ਕੁਝ ਹੋਰ ਮਿਲ ਗਿਆ।
ਸੈਂਡਰ ਨੇ ਹੈਲੋ ਸੈਂਡ ਕੀਤਾ, ਰਿਸੀਵਰ ਨੂੰ ਕੁਝ ਹੋਰ ਮਿਲ ਗਿਆ। ਇੱਥੇ ਕੀ ਪ੍ਰੋਬਲਮ ਹੋ ਸਕਦੀ ਹੈ ਸਾਨੂੰ? ਵੀ ਸੈਂਡਰ ਨੇ ਕੁਝ ਸੈਂਡ ਕੀਤਾ, ਰਿਸੀਵਰ ਨੂੰ ਕੁਝ ਹੋਰ ਚੀਜ਼ ਮਿਲ ਗਈ। ਇੱਥੇ ਪ੍ਰੋਬਲਮ ਕੀ ਹੈ? ਪ੍ਰੋਬਲਮ ਜਿਹੜੀ ਹੈ ਉਹ ਇਸ ਚੀਜ਼ 'ਤੇ ਬੇਸਡ ਹੈ, ਜਿਹੜੀ ਆਪਾਂ ਆਹ ਚੀਜ਼ ਦੇਖੀ ਹੈ ਉਹਦੀ ਕੋਡਿੰਗ ਦੇ ਵਿੱਚ। ਹਰੇਕ ਕੰਪਨੀ ਨੇ ਆਪਣਾ ਆਪਣਾ ਕੋਡਿੰਗ ਸਿਸਟਮ ਬਣਾ ਲਿਆ। ਸੈਂਡਰ ਕੋਲ ਕੰਪਿਊਟਰ ਸੀ, ਉਹਦੇ 'ਚ ਕੋਡਿੰਗ ਸਿਸਟਮ ਕੋਈ ਹੋਰ ਸੀ, ਰਿਸੀਵਰ ਕੋਲ ਕੋਈ ਕੋਡਿੰਗ ਸਿਸਟਮ ਹੋਰ ਸੀ। ਜਦੋਂ ਉਹਨੂੰ ਯੂਜ਼ ਕੀਤਾ, ਸੈਂਡਰ ਨੇ ਹੈਲੋ ਭੇਜਿਆ, ਲਾਈਕ ਐਚ ਦਾ ਕੋਡ ਆਪਾਂ ਕਹੀਏ 74 ਸੀ, ਈ ਦਾ 70, ਐਲ ਦਾ 80, ਐਲ ਦਾ 80, ਓ ਦਾ 92। ਜਿਹੜਾ ਦੂਸਰੀ ਜਗ੍ਹਾ ਤੇ 74 ਕੋਡ 74 ਕਿਹਨੂੰ ਮਿਲਿਆ ਹੋਇਆ ਸੀ? ਕੇ ਨੂੰ। 70 ਕਿਹਨੂੰ ਮਿਲਿਆ ਹੋਇਆ ਸੀ? ਐਚ ਨੂੰ। 80 ਕਿਹਨੂੰ ਮਿਲਿਆ ਹੋਇਆ ਸੀ? ਪੀ ਨੂੰ। 92 ਕਿਹਨੂੰ ਮਿਲਿਆ ਹੋਇਆ ਸੀ? ਈ ਨੂੰ। ਸੈਂਡਰ ਨੇ ਤਾਂ ਕੋਡ ਸੈਂਡ ਕੀਤਾ, ਰਿਸੀਵਰ ਨੂੰ ਵੀ ਕੋਡ ਮਿਲਣਾ, ਕਿਉਂਕਿ ਕੰਪਿਊਟਰ ਨੇ ਤਾਂ ਇਕੱਲਾ ਕੋਡ ਦੀ ਭਾਸ਼ਾ ਸਮਝਣੀ ਹੈ। ਕੋਡ ਦੇ ਜਿਹੜਾ ਅੱਖਰ ਲਿਖਿਆ ਹੋਇਆ ਉਹ ਸੈਂਡਰ ਨੇ ਕੋਈ ਹੋਰ ਲਿਖਿਆ ਹੋਇਆ, ਰਿਸੀਵਰ ਨੇ ਕੋਈ ਹੋਰ ਲਿਖਿਆ ਹੋਇਆ। ਇਸ ਕਰਕੇ ਪ੍ਰੋਬਲਮ ਆ ਗਈ। ਸੈਂਡਰ ਕੁਝ ਹੋਰ ਸੈਂਡ ਕਰੀ ਜਾਂਦਾ ਸੀ, ਰਿਸੀਵਰ ਕੁਝ ਹੋਰ ਰਿਸੀਵ ਕਰ ਰਿਹਾ ਸੀ। ਲੱਗਦਾ ਕੋਈ ਸਟੂਡੈਂਟ ਐਂਟਰ ਹੋਣਾ ਚਾਹੁੰਦੇ ਆ। 1 ਮਿੰਟ, ਮੈਂ ਉਹਨਾਂ ਨੂੰ ਪਹਿਲਾਂ ਐਂਟਰ ਕਰਦਾ, ਆਪਾਂ ਇੱਥੋਂ ਕੰਟੀਨਿਊ ਕਰਦੇ ਹਾਂ। ਹਾਂਜੀ, ਸੈਂਡਰ ਨੇ ਹੈਲੋ ਸੈਂਡ ਕੀਤਾ, ਰਿਸੀਵਰ ਨੂੰ ਕੀ ਮਿਲ ਗਿਆ? ਕੋਈ ਹੋਰ ਚੀਜ਼ ਮਿਲ ਗਈ। ਹੁਣ ਇਸ ਚੀਜ਼ ਨੂੰ ਠੀਕ ਕਰਨ ਲਈ ਇੱਕ ਕੋਡਿੰਗ ਸਿਸਟਮ ਦੀ ਜ਼ਰੂਰਤ ਸੀ, ਜੋ ਕਿ ਬਣੀ ਅਸਕਾਈ ਕੋਡ, ਅਮਰੀਕਨ ਸਟੈਂਡਰਡ ਆਫ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਮਤਲਬ ਅਮਰੀਕਨ ਸਟੈਂਡਰਡ ਆਫ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਜਦੋਂ ਅਸੀਂ ਇਨਫੋਰਮੇਸ਼ਨ ਨੂੰ ਇੰਟਰਚੇਂਜ ਕਰਨਾ ਹੈ, ਉਹਦੇ ਲਈ ਇੱਕ ਕੋਡਿੰਗ ਸਿਸਟਮ ਬਣ ਗਿਆ। ਪਹਿਲਾ ਐਡੀਸ਼ਨ 1963 ਚ ਆਇਆ। ਜਿਹੜਾ ਮੇਜਰ ਐਡੀਸ਼ਨ ਸੀ, ਯਾਨੀ ਕਿ ਜਿਹੜਾ ਫਾਈਨਲ ਹੋ ਗਿਆ ਕੋਡਿੰਗ ਸਿਸਟਮ, ਉਹ 1967। ਤੇ 1968 ਦੇ ਵਿੱਚ ਯੂਐਸ ਪ੍ਰੈਜ਼ੀਡੈਂਟ ਨੇ ਇਹ ਜ਼ਰੂਰੀ ਕਰਤਾ ਹੈ ਵੀ ਜਿਹੜਾ ਵੀ ਕੰਪਿਊਟਰ ਯੂਨਾਈਟਿਡ ਸਟੇਟਸ 'ਚ, ਯੂਐਸਏ 'ਚ ਵਿਕੂਗਾ, ਉੱਥੇ ਕਿਹੜਾ ਕੋਡਿੰਗ ਸਿਸਟਮ ਹੋਣਾ ਚਾਹੀਦਾ? ਅਸਕਾਈ ਕੋਡਿੰਗ ਸਿਸਟਮ ਹੋਣਾ ਚਾਹੀਦਾ ਉਸ 'ਚ। ਮਤਲਬ ਇਹ ਨਹੀਂ ਹੈ ਵੀ ਕੰਪਨੀ ਆਪਣੇ ਮਰਜ਼ੀ ਨਾਲ ਕੋਈ ਕੋਡਿੰਗ ਨਹੀਂ ਰੱਖ ਸਕਦੀ, ਵੀ ਏ ਨੂੰ ਕੁਝ ਹੋਰ ਦੇਤਾ, ਬੀ ਨੂੰ ਕੁਝ ਹੋਰ ਦੇਤਾ। ਉਹਨਾਂ ਨੇ ਫਿਕਸ ਕਰਤਾ ਹੈ, ਅਸਕਾਈ ਕੋਡ ਬਣਾਤੇ ਵੀ ਏ ਦਾ ਕੋਡ ਇਹ ਹੈ, ਬੀ ਦਾ ਇਹ ਹੈ, ਵੀ ਤੁਸੀਂ ਇਹ ਵਰਤੋਗੇ ਤਾਂ ਅਮਰੀਕਾ 'ਚ ਤੁਹਾਡਾ ਕੰਪਿਊਟਰ ਵਿਕੂਗਾ, ਨਹੀਂ ਵਿਕੂਗਾ। ਉਸ ਦੇ ਅਕੋਰਡਿੰਗ ਜਿਹੜਾ ਏ ਹੈ, ਕੈਪੀਟਲ ਏ ਨੂੰ ਕੋਡ ਹੈ 65, ਕੈਪੀਟਲ ਬੀ ਨੂੰ 66, ਸਮਾਲ ਏ ਨੂੰ 97, ਸਮਾਲ ਬੀ ਨੂੰ 98, ਐਵੇਂ ਕੋਮੇ, ਬਿੰਦੀਆਂ, 1 2 3 ਜਿਹੜੇ ਆ ਬ੍ਰੈਕਟਾਂ ਆ, ਇਹਨਾਂ ਸਾਰਿਆਂ ਨੂੰ ਇੱਕ ਕੋਡ ਦੇਤਾ। ਹੁਣ ਇਹਦੇ ਨਾਲ ਸਾਡਾ ਕੀ ਹੈ ਸੋਲੂਸ਼ਨ ਹੱਲ ਹੋ ਗਿਆ। ਸੈਂਡਰ ਹੈਲੋ ਸੈਂਡ ਕਰਦਾ ਸੀ, ਰਿਸੀਵਰ ਨੂੰ ਹੈਲੋ ਮਿਲਦਾ ਸੀ, ਕਿਉਂਕਿ ਦੋਨੇ ਜਗ੍ਹਾ ਤੇ ਕੰਪਿਊਟਰ ਦਾ ਸੇਮ ਹੈ ਕੋਡ। ਉਧਰ ਵੀ ਉਹੀ ਹੈ, ਉਧਰ ਵੀ ਉਹੀ ਹੈ, ਉਹਨੂੰ ਇਨਫੋਰਮੇਸ਼ਨ ਉਹ ਸਹੀ ਮਿਲ ਜੂਗੀ। ਸੈਂਡਰ ਵੀ ਉਹੀ ਇਨਫੋਰਮੇਸ਼ਨ ਜਿਹੜੀ ਸੈਂਡ ਕਰ ਰਿਹਾ, ਰਿਸੀਵਰ ਨੂੰ ਵੀ ਉਹੀ ਇਨਫੋਰਮੇਸ਼ਨ ਮਿਲੂਗੀ ਜਿਹੜੀ ਸੈਂਡਰ ਨੇ ਸੈਂਡ ਕੀਤੀ, ਕਿਉਂਕਿ ਦੋਨਾਂ ਦਾ ਕੋਡਿੰਗ ਸਿਸਟਮ ਸੇਮ ਹੈ। ਸਟਾਰਟਿੰਗ ਦੇ ਵਿੱਚ, ਉਹਨਾਂ ਟਾਈਮ ਦੇ ਵਿੱਚ ਜ਼ਿਆਦਾਤਰ ਇਨਫੋਰਮੇਸ਼ਨ ਕੰਪਿਊਟਰ ਦੇ ਵਿੱਚ ਇੰਗਲਿਸ਼ ਭਾਸ਼ਾ 'ਚ ਸੀ। ਜਿਵੇਂ ਆਪਾਂ ਦੇਖ ਰਹੇ ਹਾਂ 95% ਜਿਹੜੀ ਇਨਫੋਰਮੇਸ਼ਨ ਸੀ ਉਹ ਸਾਰੀ ਇੰਗਲਿਸ਼ 'ਚ ਪਈ ਸੀ। ਹੌਲੀ ਹੌਲੀ ਇੰਗਲਿਸ਼ ਦੇ ਨਾਲ ਨਾਲ ਹੋਰ ਲੈਂਗੁਏਜਸ ਵੀ ਆਉਣ ਲੱਗ ਗਈਆਂ। ਹੋਰ ਲੈਂਗੁਏਜਸ 'ਚ ਕੰਪਿਊਟਰ ਦਾ ਕੰਮ ਹੋਣ ਲੱਗ ਗਿਆ। ਤੁਸੀਂ ਵਿਕੀਪੀਡੀਆ ਤੇ ਇਹਦੇ ਬਾਰੇ ਸਰਚ ਕਰ ਸਕਦੇ ਆ ਵੀ ਕਿਹੜੀ ਕਿਹੜੀ ਲੈਂਗੁਏਜ 'ਚ ਕਿੰਨਾ ਕਿੰਨਾ ਕੰਮ ਹੁੰਦਾ ਹੈ। ਜਿਵੇਂ ਇੱਕ ਡੇਟਾ ਮੈਂ ਵਿਕੀਪੀਡੀਆ ਦਾ ਹੀ ਸ਼ੇਅਰ ਕਰ ਰਿਹਾ ਵੀ ਇੰਗਲਿਸ਼ 'ਚ 56% ਕੰਮ ਪਿਆ, ਜਿਹੜਾ ਡਾਟਾ ਪਿਆ ਰਸ਼ੀਅਨ ਦਾ ਇੰਨਾ ਡਾਟਾ ਪਿਆ, ਇੰਨੀਆਂ ਲੈਂਗੁਏਜਸ ਦਾ ਡੇਟਾ ਆਇਆ ਪਿਆ। ਜਿਵੇਂ ਹਿੰਦੀ ਦਾ ਡੇਟਾ ਕੇਵਲ 0.1% ਹੈ ਜਿਹੜੀਆਂ ਵੈਬਸਾਈਟਾਂ ਤੇ ਪਿਆ ਹੋਇਆ, ਐਵੇਂ ਪੰਜਾਬੀ ਦਾ ਤਾਂ ਉਸ ਤੋਂ ਵੀ ਬਹੁਤ ਜ਼ਿਆਦਾ ਘੱਟ ਹੈ। ਹੁਣ ਜਿਹੜਾ ਕੰਪਿਊਟਰ ਬਣਿਆ ਸੀ, ਇਹ ਯੂਜ਼ਰ ਹੈ ਵੀ ਇੰਗਲਿਸ਼ ਦੇ ਇੰਨੇ ਯੂਜ਼ਰ ਹੈ, ਚਾਈਨੀਜ਼ ਲੈਂਗੁਏਜ ਦੇ ਇੰਨੇ ਯੂਜ਼ਰ ਹੈ। ਹੁਣ ਜਦੋਂ ਰੀਜਨਲ ਲੈਂਗੁਏਜਸ ਆਈ, ਮਤਲਬ ਇੰਗਲਿਸ਼ 'ਚ ਹੋਇਆ, ਹੁਣ ਰੀਜਨਲ ਲੈਂਗੁਏਜਸ 'ਚ ਵੀ ਕੰਮ ਹੋਣਾ ਸ਼ੁਰੂ ਹੋ ਗਿਆ। ਜਿੱਥੇ ਪਹਿਲਾਂ 95% ਸੀ ਇੰਗਲਿਸ਼, ਹੁਣ ਇੰਗਲਿਸ਼ 56% ਰਹਿ ਗਿਆ ਉਹਦੇ 'ਚ। ਦਾ ਮਤਲਬ ਬਾਕੀ ਲੈਂਗੁਏਜਸ 'ਚ ਵੀ ਕੰਮ ਹੋ ਰਿਹਾ। ਜਦੋਂ ਬਾਕੀ ਲੈਂਗੁਏਜਸ 'ਚ ਕੰਮ ਹੋਣਾ ਸਟਾਰਟ ਹੋਇਆ, ਉਦੋਂ ਬਾਕੀ ਲੈਂਗੁਏਜਸ ਨੂੰ ਵੀ ਉਹੀ ਪ੍ਰੋਬਲਮ ਆਈ ਜਿਹੜੀ ਇੰਗਲਿਸ਼ ਨੂੰ ਆਈ ਸੀ ਸਟਾਰਟਿੰਗ ਦੇ ਵਿੱਚ। ਮਤਲਬ ਸੈਂਡਰ ਕੁਝ ਹੋਰ ਸੈਂਡ ਕਰਦਾ ਸੀ ਤੇ ਰਿਸੀਵਰ ਨੂੰ ਕੁਝ ਹੋਰ ਇਨਫੋਰਮੇਸ਼ਨ ਮਿਲਦੀ ਸੀ। ਲਾਈਕ ਜਿਵੇਂ ਸੈਂਡਰ ਨੇ ਹੈਲੋ ਸੈਂਡ ਕੀਤਾ, ਰਿਸੀਵਰ ਨੂੰ ਕੋਈ ਹੋਰ ਇਨਫੋਰਮੇਸ਼ਨ ਮਿਲ ਗਈ। ਫਰਕ ਕੀ ਪਿਆ? ਸੇਮ ਉਹੀ ਚੀਜ਼, ਉਹੀ ਪ੍ਰੋਬਲਮ ਜਿਹੜੀ ਪਹਿਲਾਂ ਹੋਈ ਸੀ। ਜਿਹੜੀ ਸੈਂਡਰ ਨੇ ਇਨਫੋਰਮੇਸ਼ਨ ਸੈਂਡ ਕੀਤੀ ਹੈਲੋ, ਉਹਦਾ ਇੱਕ ਕੋਡ ਹੈ, ਉਹੀ ਦੂਸਰੇ ਕੰਪਿਊਟਰ ਤੇ ਉਹੀ ਅੱਖਰਾਂ ਤੇ ਉਹੀ ਕੋਡ ਤੇ ਕੋਈ ਹੋਰ ਅੱਖਰ ਪਏ ਆ। ਜਿਵੇਂ ਆਪਾਂ ਕਹੀਏ ਹਾਹੇ ਦਾ ਕੋਡ 74 ਹੈ, 74 ਹੈ,
ਲਾਵਾਂ ਦਾ 70 ਹੈ। ਦੂਸਰੇ ਕੰਪਿਊਟਰ ਤੇ ਜਿੱਥੇ ਉਹ ਇਨਫੋਰਮੇਸ਼ਨ ਮਿਲੀ ਹੈ, ਜਿੰਨੇ ਉਹ ਇਨਫੋਰਮੇਸ਼ਨ ਗੈਟ ਕੀਤੀ ਹੈ, ਉਥੇ ਖੱਖੇ 74 ਦਾ ਕੋਡ ਜਿਹੜਾ ਖੱਖੇ ਦਾ ਆ ਤੇ 70 ਕੋਡ ਕਿਹਦਾ ਆ, ਅੱਧਕ ਦਾ ਆ। ਮਤਲਬ ਸੈਂਡਰ ਨੇ ਕੁਝ ਹੋਰ ਸੈਂਡ ਕੀਤਾ ਹੈ ਤੇ ਰਿਸੀਵਰ ਨੂੰ ਕੋਈ ਹੋਰ ਚੀਜ਼ ਮਿਲ ਗਈ। ਹੁਣ ਸੇਮ ਉਹੀ ਪ੍ਰੋਬਲਮ ਹੈ ਜਿਹਦਾ ਹੱਲ ਸਕਾਈ ਕੋਡ ਨਾਲ ਹੋਇਆ ਸੀ। ਇਸ ਪ੍ਰੋਬਲਮ ਦਾ ਹੱਲ ਮਤਲਬ ਰੀਜਨਲ ਲੈਂਗੁਏजेस ਦਾ ਹੱਲ, ਇੰਗਲਿਸ਼ ਦਾ ਹੱਲ ਤਾਂ ਉੱਥੇ ਹੋ ਗਿਆ ਸੀ ਸਕਾਈ ਕੋਡ ਨਾਲ, ਪਰ ਉਹਦੇ ਨਾਲ ਬਾਕੀ ਲੈਂਗੁਏजेस ਦਾ ਹੱਲ ਨਹੀਂ ਹੋਇਆ। ਪੰਜਾਬੀ, ਹਿੰਦੀ, ਮਲਿਆਲਮ, ਤਮਿਲ, ਉਹਨਾਂ ਦਾ ਹੱਲ ਨਹੀਂ ਹੋਇਆ। 1990 ਦੇ ਕਰੀਬ ਸਕਾਈ ਕੋਡ ਦੇ ਨਾਲ ਇੱਕ ਯੂਨੀਕੋਡ ਵੀ ਆ ਗਿਆ। ਸਕਾਈ ਕੋਡ ਦਾ ਐਡਵਾਂਸ ਵਰਜ਼ਨ ਆਪਾਂ ਮੰਨ ਕੇ ਚੱਲਦੇ ਹਾਂ ਇਹਨੂੰ, ਕਿ ਪਹਿਲਾਂ ਸਕਾਈ ਕੋਡ ਵਰਤੇ ਜਾਂਦੇ ਸੀ, ਫਿਰ ਯੂਨੀਕੋਡ। ਹੁਣ ਯੂਨੀਕੋਡ 'ਚ ਜਿਵੇਂ ਸਕਾਈ ਕੋਡ 'ਚ ਇਕੱਲੇ ਇੰਗਲਿਸ਼ ਦੇ ਅੱਖਰਾਂ ਨੂੰ ਜਾਂ ਰੋਮਨ ਦੇ ਕਰੈਕਟਰਸ ਨੂੰ ਜਗ੍ਹਾ ਮਿਲੀ ਸੀ, ਯੂਨੀਕੋਡ ਦੇ ਵਿੱਚ ਹੋਰ ਬਾਕੀ ਭਾਸ਼ਾਵਾਂ ਦੇ ਵੀ ਕੋਡ ਨੂੰ ਉਹਨਾਂ ਨੇ ਜਗ੍ਹਾ ਦੇਣੀ ਸ਼ੁਰੂ ਕਰਤੀ। ਜਿਹੜਾ ਪਹਿਲਾ ਵਰਜ਼ਨ ਸੀ 1991 ਚ ਆਇਆ, ਉਹ 'ਚ 24 ਭਾਸ਼ਾਵਾਂ ਨੂੰ ਉਹਨੇ 24 ਸਕ੍ਰਿਪਟਸ ਨੂੰ, ਭਾਸ਼ਾ ਨਹੀਂ ਆਪਾਂ ਸਕ੍ਰਿਪਟ ਕਵਾਂਗੇ, 24 ਸਕ੍ਰਿਪਟਸ ਨੂੰ ਉਹਨਾਂ ਨੇ ਕੋਡ ਦੇਤਾ, ਜਿਹਦੇ ਵਿੱਚੋਂ ਗੁਰਮੁਖੀ ਜਿਸ 'ਚ ਆਪਾਂ ਪੰਜਾਬੀ ਲਿਖਦੇ ਹਾਂ ਉਹ ਵੀ ਇੱਕ ਸੀ, ਗੁਜਰਾਤੀ ਸੀ, ਦੇਵਨਾਗਰੀ ਜਿਸ 'ਚ ਆਪਾਂ ਹਿੰਦੀ ਲਿਖਦੇ ਹਾਂ, ਇਹ ਲੈਂਗੁਏजेस ਨੂੰ ਵੀ, ਇਹ ਸਕ੍ਰਿਪਟਸ ਨੂੰ ਵੀ ਉਹਨਾਂ ਨੇ ਜਗ੍ਹਾ ਦੇਤੀ। ਮਤਲਬ ਇਹਨਾਂ ਨੂੰ ਵੀ ਇੱਕ ਕੋਡਿੰਗ ਸਿਸਟਮ ਦੇਤਾ, ਜਿਹਦੇ 'ਚ ਪਹਿਲਾਂ ਜਿਹੜਾ ਸਕਾਈ ਕੋਡ ਸੀ ਉਸ 'ਚ ਇਕੱਲੇ 128 ਕਰੈਕਟਰ ਸੀ, ਯੂਨੀਕੋਡ 'ਚ ਕਰੈਕਟਰ ਆ ਗਏ 7161 ਕਰੈਕਟਰ ਆ ਗਏ। ਜਿਹੜਾ ਹੁਣ ਵਰਜ਼ਨ ਜਿਹੜਾ 7.0 ਵਰਜ਼ਨ ਹੈ ਯੂਨੀਕੋਡ ਦਾ, 1900 ਜਿਹੜਾ 2014 ਚ ਆਇਆ, ਉਸ ਤੋਂ ਬਾਅਦ ਹੋਰ ਵੀ ਆ ਗਿਆ ਹੋਣਾ, ਉਹਦੇ ਵਿੱਚ 1,13,021 ਕਰੈਕਟਰ ਨੂੰ ਜਗ੍ਹਾ ਮਿਲੀ ਹੋਈ ਹੈ ਤੇ 123 ਸਕ੍ਰਿਪਟਸ ਦੇ ਵਿੱਚ ਉੱਥੇ ਆਪਾਂ ਕੰਮ ਕਰ ਸਕਦੇ ਹਾਂ। ਹੌਲੀ ਹੌਲੀ ਇਹ ਹੋਰ ਵੀ ਵੱਧ ਰਿਹਾ, ਮਤਲਬ ਹੋਰ ਭਾਸ਼ਾਵਾਂ ਵੀ ਜਾਂ ਹੋਰ ਸਕ੍ਰਿਪਟਸ ਵਿੱਚ ਐਡ ਹੋ ਰਹੀਆਂ ਜਾ ਰਹੀਆਂ। ਇਹਦਾ ਫਾਇਦਾ ਕੀ ਹੋਇਆ, ਜਿਵੇਂ ਉੱਥੇ ABC ਨੂੰ ਕੋਡ ਦਿੱਤਾ ਸੀ, ਉਵੇਂ ਹੀ ਯੂਨੀਕੋਡ ਦੇ ਵਿੱਚ ਬਾਕੀ ਲਿਪੀਆਂ ਨੂੰ ਵੀ ਕੋਡ ਦੇਤਾ, ਜਿਵੇਂ ਊੜੇ ਆੜੇ ਨੂੰ ਵੀ ਕੋਈ ਕੋਡ ਦੇਤਾ। ਸਕਾਈ ਕੇਵਲ ਕਿਸ ਲਈ ਸੀ, ਕੇਵਲ ਰੋਮਨ ਦੇ ਲਈ ਸੀ, ABC ਦੇ ਲਈ ਸੀ, ਜਿਸ 'ਚ ਕੌਮੇ, ਬਿੰਦੀਆਂ, 1 2 3 ਗਿਣਤੀ ਕਾਊਂਟਿੰਗ ਜਿਹੜੀ ਆਪਣੀ 9 ਤੱਕ, 0 ਤੋਂ 9 ਤੱਕ, ਜਾਂ ਬ੍ਰੈਕਟਾਂ ਆ, ਜਾਂ ਪੰਚੁਏਸ਼ਨ ਜਿਹੜੀ ਆਪਣੀ ਰੋਮਨ ਜਾਂ ਇੰਗਲਿਸ਼ 'ਚ ਵਰਤਦੇ ਆ, ਉਹਨਾਂ ਨੂੰ ਕੋਡ ਸੀ। ਯੂਨੀਕੋਡ ਦੇ ਵਿੱਚ ਬਾਕੀਆਂ ਭਾਸ਼ਾਵਾਂ ਨੂੰ ਵੀ, ਸਕ੍ਰਿਪਟਸ ਨੂੰ ਵੀ ਉਹਨਾਂ ਨੇ ਕੋਡ ਦੇਤਾ। ਇਹ ਕੀ ਹੈ, ਇੱਕ ਅੰਤਰਰਾਸ਼ਟਰੀ ਲਿਪੀ ਹੈ ਜਾਂ ਅੰਤਰਰਾਸ਼ਟਰੀ ਕੋਡਿੰਗ ਪ੍ਰਣਾਲੀ ਹੈ। ਯੂਨੀਕੋਡ ਦਾ ਮਤਲਬ ਹੈ ਯੂਨੀਵਰਸਲ ਕੋਡ, ਮਤਲਬ ਇੱਕ ਯੂਨੀਵਰਸਲ ਕੋਡ ਹੈ ਜਿਹੜਾ ਹਰੇਕ ਕੰਪਿਊਟਰ 'ਚ ਹੋਊਗਾ। ਹੁਣ ਇਸ ਦੇ ਵਿੱਚ ਕੀ ਇੱਕ ਕੋਡਿੰਗ ਸਿਸਟਮ ਦੇਤਾ ਉਹਨਾਂ ਨੇ, ਮਤਲਬ ਊੜੇ ਨੂੰ ਇੱਕ ਯੂਨੀਕ ਕੋਡ ਦੇਤਾ। ਆਪਾਂ ਐਗਜ਼ਾਮਪਲ ਦੇ ਤੌਰ ਤੇ ਮੰਨਦੇ ਹਾਂ ਵੀ ਜਿਹੜਾ ਨੰਨਾ ਆ ਉਹਨੂੰ 2600 ਕੋਡ ਦੇਤਾ, ਪੱਪੇ ਨੂੰ 2602 ਕੋਡ ਦੇਤਾ, ਫੱਫੇ ਨੂੰ 2603 ਕੋਡ ਦੇਤਾ। ਇਹ ਹੈਕਸਾਡੈਸੀਮਲ 'ਚ ਹੋਣਗੇ ਆਪਣੇ। ਇਹ ਕੋਡਿੰਗ ਸਿਸਟਮ ਦੇਤਾ, ਮਤਲਬ ਜਿਵੇਂ ABC ਨੂੰ ਕੋਡ ਮਿਲਿਆ ਸੀ ਇੱਕ, ਹੁਣ ਬਾਕੀ ਕਰੈਕਟਰਸ ਨੂੰ ਵੀ ਕੋਡ ਮਿਲਣਾ ਸਟਾਰਟ ਹੋ ਗਿਆ। ਹੁਣ ਇੱਥੇ ਇਹ ਚੀਜ਼ ਸਮਝਣ ਦੀ ਜ਼ਰੂਰਤ ਕੀ ਸੀ, ਉਸ ਤੋਂ ਪਹਿਲਾਂ ਆਪਾਂ ਇੱਕ ਛੋਟੀ ਚੀਜ਼ ਦੇਖਦੇ ਹਾਂ। ਹੁਣ ਇਹ ਇੱਕ ਲਾਈਨ ਲਿਖੀ ਹੋਈ ਹੈ, ਵੈਬ ਵਿਕਾਸ ਲਈ ਖੇਤਰੀ ਭਾਸ਼ਾਵਾਂ ਵਿੱਚ ਯੂਨੀਕੋਡ ਆਧਾਰਿਤ ਫੌਂਟਾਂ ਦੀ ਜ਼ਰੂਰਤ। ਜਿਹੜੀ ਪਹਿਲੀ ਲਾਈਨ ਹੈ ਇਹ ਕਿਹੜੇ ਫੌਂਟ 'ਚ ਹੈ, ਰਾਵੀ 'ਚ ਹੈ, ਦੂਜੀ ਲਾਈਨ ਅਨਮੋਲ ਲਿਪੀ 'ਚ ਹੈ, ਤੀਜੀ ਅਸੀਸ 'ਚ ਹੈ, ਚੌਥੀ ਸਤਲੁਜ 'ਚ ਹੈ। ਇਹ ਮੈਂ ਇਸ ਚੀਜ਼ ਦੀ ਗੱਲ ਕਰ ਰਿਹਾ ਜਿਹੜੀ ਆਪਾਂ ਨੂੰ ਇੱਥੇ ਪ੍ਰੋਬਲਮ ਆਈ ਸੀ ਸ਼ੇਅਰਿੰਗ ਵੇਲੇ, ਵੀ ਸੈਂਡਰ ਨੇ ਕੁਝ ਹੋਰ ਸੈਂਡ ਕੀਤਾ ਹੈ ਤੇ ਰਿਸੀਵਰ ਨੂੰ ਕੁਝ ਹੋਰ ਮਿਲ ਗਿਆ। ਸੈਂਡਰ ਨੇ ਹੈਲੋ ਸੈਂਡ ਕੀਤਾ, ਰਿਸੀਵਰ ਨੂੰ ਕੋਈ ਹੋਰ ਇਨਫੋਰਮੇਸ਼ਨ ਮਿਲੀ, ਹੈਲੋ ਨਹੀਂ ਮਿਲੀ। ਉਹ ਕਿਉਂ, ਉਹਦੇ ਲਈ ਆਪਾਂ ਇਹ ਸਮਝਦੇ ਹਾਂ। ਉਹਨੇ ਤਾਂ ਅਨਮੋਲ ਲਿਪੀ 'ਚ ਤਾਂ ਉਹਨੇ ਇਹ ਸੈਂਡ ਕਰਤਾ, ਪਰ ਜੇ ਰਿਸੀਵਰ ਕੋਲ ਅਨਮੋਲ ਲਿਪੀ ਨਹੀਂ ਤਾਂ ਸਪੋਜ਼ ਉਹਦੇ ਕੋਲ ਹੈਗਾ ਆ ਅਸੀਸ, ਮੈਂ ਅਨਮੋਲ ਲਿਪੀ ਨੂੰ ਅਸੀਸ 'ਚ ਕਨਵਰਟ ਕਰਦਾ ਤਾਂ ਉਹਨੂੰ ਆਹ ਚੀਜ਼ ਮਿਲੂਗੀ। ਸੈਂਡਰ ਨੇ ਕੁਝ ਹੋਰ ਸੈਂਡ ਕੀਤਾ, ਰਿਸੀਵਰ ਨੂੰ ਕੁਝ ਹੋਰ ਮਿਲ ਗਿਆ। ਜੇ ਉਹਦੇ ਕੋਲ ਸਤਲੁਜ ਫੌਂਟ ਹੈ ਫਿਰ ਉਹਨੂੰ ਇਹ ਚੀਜ਼ ਮਿਲੂਗੀ। ਉਹ ਕੇਵਲ ਕਦੋਂ ਪੜ੍ਹ ਸਕਦਾ ਹੈ, ਜੇ ਉਹਦੇ ਕੋਲ ਕਿਹੜਾ ਸਿਸਟਮ ਹੈ, ਅਨਮੋਲ ਲਿਪੀ।
ਮਤਲਬ ਜੇ ਅਨਮੋਲ ਲਿਪੀ ਹੈ ਫਿਰ ਉਹ ਠੀਕ ਪੜ੍ਹ ਸਕਦਾ, ਪਰ ਜੇ ਕੋਈ ਹੋਰ ਫੌਂਟ ਹੈ ਫੇਰ ਨਹੀਂ। ਐਵੇਂ ਆਪਾਂ ਐਵੇਂ ਦੇਖਦੇ ਹਾਂ, ਇਹ 3 ਫੌਂਟ ਹੈ, ਅਨਮੋਲ, ਅਸੀਸ ਤੇ ਸਤਲੁਜ, ਜਾਂ ਆਪਾਂ ਚਾਰੇ ਸਿਲੈਕਟ ਕਰ ਲੈਂਦੇ ਹਾਂ। ਇਹਨਾਂ ਨੂੰ ਮੈਂ ਕਰਤਾ ਹੈ, ਸਾਰਿਆਂ ਨੂੰ ਕਰਤਾ ਹੈ ਅਨਮੋਲ। ਕਿਹੜੇ ਠੀਕ ਹੈ? ਰਾਵੀ ਵਾਲਾ ਠੀਕ ਹੈ ਤੇ ਅਨਮੋਲ ਵਾਲਾ ਠੀਕ ਹੈ, ਅਸੀਸ ਤੇ ਸਤਲੁਜ ਵਾਲਾ ਨਹੀਂ ਪੜਿਆ ਜਾ ਰਿਹਾ। ਮੈਂ ਸਾਰਿਆਂ ਨੂੰ ਕਰਤਾ ਅਸੀਸ। ਹੁਣ ਕਿਹੜਾ ਠੀਕ ਹੋ ਗਿਆ? ਰਾਵੀ ਤੇ ਅਸੀਸ। ਅਨਮੋਲ ਤੇ ਸਤਲੁਜ ਨਹੀਂ ਪੜ ਰਹੇ। ਹੁਣ ਮੈਂ ਕਰਤਾ ਸਤਲੁਜ। ਹੁਣ ਪਹਿਲਾਂ ਰਾਵੀ ਤੇ ਸਤਲੁਜ ਪੜਿਆ ਜਾ ਰਿਹਾ। ਹੁਣ ਮੈਂ ਕਰ ਦਿੰਦਾ ਏਰੀਅਲ ਜਾਂ ਟਾਈਮਜ਼ ਨਿਊ ਰੋਮਨ। ਹੁਣ ਕੇਵਲ ਰਾਵੀ ਪੜਿਆ ਜਾ ਰਿਹਾ, ਨਾ ਅਨਮੋਲ ਪੜਨ ਯੋਗ ਹੈ, ਨਾ ਅਸੀਸ, ਨਾ ਸਤਲੁਜ। ਜਿਹੜੀ ਖਾਸ ਗੱਲ ਦੇਖਣ ਵਾਲੀ ਉਹ ਇਹੀ ਹੈ ਵੀ ਜਿਹੜਾ ਰਾਵੀ ਫੌਂਟ ਹੈ, ਜਿਹੜਾ ਉਸ ਤੇ ਕੋਈ ਫਰਕ ਨਹੀਂ ਪੈ ਰਿਹਾ। ਉਹ ਹਰ ਵਾਰ ਉਹ ਪੜਿਆ ਜਾ ਰਿਹਾ, ਕਿਉਂਕਿ ਇਹ ਕੀ ਹੈ, ਇਹ ਯੂਨੀਕੋਡ ਫੌਂਟ ਹੈ। ਜਿਹੜਾ ਰਾਵੀ ਹੈ ਇਹ ਕਿਹੜਾ ਬੇਸਡ ਫੌਂਟ ਹੈ? ਯੂਨੀਕੋਡ ਬੇਸਡ ਫੌਂਟ। ਜਿਹੜਾ ਆਪਾਂ ਟੌਪਿਕ ਦਾ ਨਾਮ ਹੈ ਕਿ ਜਿਹੜਾ ਆਪਣਾ ਫੌਂਟ ਕਿਸ ਟਾਈਪ ਦਾ ਹੈ? ਯੂਨੀਕੋਡ ਬੇਸਡ ਫੌਂਟ ਹੈ ਇਹ ਜਿਹੜਾ ਰਾਵੀ ਹੈ। ਇਸੇ ਇਹ ਚੇਂਜ ਨਹੀਂ ਹੋ ਰਿਹਾ। ਬਾਕੀ ਜਿਵੇਂ ਮਰਜ਼ੀ ਚੇਂਜ ਹੋ ਰਿਹਾ ਹੈ। ਆਪਾਂ ਅਨਮੋਲ ਕਰਦੇ ਹਾਂ ਤਾਂ ਅਨਮੋਲ ਵਾਲਾ ਫੌਂਟ ਪੜਿਆ ਜਾ ਰਿਹਾ, ਜਿਹਦੇ 'ਚ ਅਨਮੋਲ ਲਿਪੀ ਹੈ। ਬਾਕੀ ਅਸੀਸ ਤੇ ਸਤਲੁਜ ਨਹੀਂ ਪੜ੍ਹੇ ਜਾ ਰਹੇ। ਇਹ ਪ੍ਰੋਬਲਮ ਬਹੁਤ ਆਉਂਦੀ ਹੈ ਜੇ ਸਪੋਜ਼ ਕਿਸੇ ਨੇ ਅਨਮੋਲ 'ਚ ਭੇਜਿਆ ਡਾਟਾ ਤਾਂ ਦੂਜੇ ਕੰਪਿਊਟਰ 'ਚ ਅਸੀਸ ਹੈ ਤਾਂ ਉਹਨੂੰ ਆਹ ਚੀਜ਼ ਮਿਲੂਗੀ। ਜੇ ਉਹਦੇ ਕੋਲ ਸਤਲੁਜ ਹੈ ਤਾਂ ਉਹਨੂੰ ਆਹ ਮਿਲੂਗੀ। ਉਹ ਤੋਂ ਕੋਈ ਵੀ ਪੜ੍ਹ ਨਹੀਂ ਸਕਦਾ। ਪਰ ਜੇ ਉਹਨੇ ਯੂਨੀਕੋਡ 'ਚ ਭੇਜਿਆ ਡਾਟਾ, ਫਿਰ ਉਸ ਤੇ ਜਿਹੜਾ ਮਰਜ਼ੀ ਫੌਂਟ ਹੈ ਉਹਦੇ ਕੋਲ, ਚਾਹੇ ਅਨਮੋਲ ਹੈ ਚਾਹੇ ਅਸੀਸ ਹੈ, ਉਸ ਤੇ ਫਰਕ ਨਹੀਂ ਪਊਗਾ। ਉਹ ਉਹਨੂੰ ਨਜ਼ਰ ਆਊਗਾ ਹੀ ਆਊਗਾ। ਇਹ ਯੂਨੀਕੋਡ ਸਿਸਟਮ ਦਾ ਇੱਕ ਮੇਨ ਫਾਇਦਾ ਸੀ। ਮਤਲਬ ਉਸਦੇ ਨਾਲ ਕੀ ਹੋਇਆ, ਹਰੇਕ ਨੂੰ ਇੱਕ ਕੋਡ ਦੇਤਾ। ਇਹ ਹੋ ਕਿਵੇਂ ਰਿਹਾ? ਕਿਉਂਕਿ ਊੜੇ ਦਾ ਜਿਹੜਾ ਕੋਡ ਹੈ ਉਹ ਕਿਸੇ ਹੋਰ ਨੂੰ ਨਹੀਂ ਮਿਲਿਆ ਹੋਇਆ, ਜਦਕਿ ਉਸ ਦੂਸਰੇ ਦੇ ਵਿੱਚ ਜਿਹੜੀ ਆਪਾਂ ਐਗਜ਼ਾਮਪਲ ਦੇਖ ਰਹੇ ਸੀ, ਉਸ ਦੇ ਵਿੱਚ ਕੀ ਸੀ, ਊੜੇ ਦੇ ਕੋਡ ਦਾ ਕੋਈ ਹੋਰ ਕੋਡ ਪਿਆ ਸੀ, ਸਤਲੁਜ ਦਾ, ਏਰੀਅਲ ਦਾ ਕੋਈ ਹੋਰ ਕੋਡ ਪਿਆ। ਪਰ ਯੂਨੀਕੋਡ ਦੇ ਵਿੱਚ ਜਿਹੜਾ ਉਹਦਾ ਕੋਡਿੰਗ ਸਿਸਟਮ ਹੈ ਉਹ ਫਿਕਸ ਹੈ। ਊੜੇ ਦਾ ਇੱਕ ਕੋਡ ਹੈ, ਉਹ ਕਿਸੇ ਹੋਰ ਨੂੰ ਨਹੀਂ ਮਿਲ ਸਕਦਾ। ਇਸ ਨਾਲ ਕੀ ਪ੍ਰੋਬਲਮ ਸਾਡੀ ਸੋਲਵ ਹੋ ਗਈ? ਆਪਾਂ ਸੈਂਡ ਕਰਦੇ ਸੀ ਹੈਲੋ, ਰਿਸੀਵਰ ਨੂੰ ਹੈਲੋ ਮਿਲੂਗਾ? ਨਹੀਂ ਮਿਲਿਆ, ਜਦ ਕਿ ਮਿਲਣਾ ਚਾਹੀਦਾ ਸੀ। ਹੁਣ ਇੱਥੇ ਕੀ ਹੈ, ਇਹ ਕਿਉਂ ਨਹੀਂ ਹੋਇਆ? ਕਿਉਂਕਿ 1990 ਦੇ ਵਿੱਚ, 91 ਦੇ ਵਿੱਚ ਯੂਨੀਕੋਡ ਸਿਸਟਮ ਤਾਂ ਆ ਗਿਆ, ਪਰ ਅੱਜ 2020 ਦੇ ਵਿੱਚ 30 ਸਾਲ ਹੋ ਗਏ, ਆਪਾਂ ਉਹ ਸਿਸਟਮ ਵਰਤਿਆ ਨਹੀਂ ਹਲੇ। ਆਪਾਂ ਕਿਹੜਾ ਸਿਸਟਮ ਵਰਤ ਰਹੇ ਹਾਂ? 1960 ਵਾਲਾ। ਜੇ ਆਪਾਂ ਰੋਮਨ ਦੀ ਗੱਲ ਕਰੀਏ, ਉਹਨਾਂ ਨੂੰ 1967 ਦੇ ਵਿੱਚ ਉਹਨਾਂ ਨੇ ਅਸਕਾਈ ਕੋਡ ਦੀ ਨੂੰ ਡਿਵੈਲਪ ਕੀਤਾ ਤੇ 1968 ਅਗਲੇ ਸਾਲ ਹੀ ਉਹਨਾਂ ਨੇ ਉਹਨੂੰ ਵਰਤਣਾ ਸਟਾਰਟ ਕਰਤਾ। ਸਾਡੇ ਲਈ 1991 ਦੇ ਵਿੱਚ ਯੂਨੀਕੋਡ ਬਣ ਗਿਆ, ਪਰ 30 ਸਾਲ ਹੋ ਗਏ ਅਸੀਂ ਉਹਨੂੰ ਵਰਤਣਾ ਨਹੀਂ ਸਟਾਰਟ ਕੀਤਾ। ਇਸ ਕਰਕੇ ਸਾਡੀ ਵੀ ਹਲੇ ਵੀ ਉਹੀ ਪ੍ਰੋਬਲਮ ਆਉਂਦੀ ਹੈ ਵੀ ਅਸੀਂ ਫਾਈਲ ਕੋਈ ਹੋਰ ਟਾਈਪ ਕਰਦੇ ਹਾਂ, ਦੂਜੀ ਜਗ੍ਹਾ ਭੇਜਦੇ ਹਾਂ ਤੇ ਬੰਦਾ ਉੱਥੇ ਉਹਨੂੰ ਪੜ੍ਹ ਨਹੀਂ ਪਾਉਂਦਾ। ਉਹਦਾ ਫੌਂਟ ਉਹਦੇ ਕੋਲ ਹੁੰਦਾ ਨਹੀਂ, ਕਿਉਂਕਿ ਉਹ ਯੂਨੀਕੋਡ ਬੇਸਡ ਫੌਂਟ ਹੀ ਨਹੀਂ ਹੈ। ਇਹਦਾ ਸੋਲੂਸ਼ਨ ਕੀ ਹੈ? ਜਦੋਂ ਆਪਾਂ ਯੂਨੀਕੋਡ ਵਾਲੇ ਸਿਸਟਮ ਵਰਤਾਂਗੇ, ਮਤਲਬ ਇਧਰੋਂ ਹੈਲੋ ਨੂੰ ਯੂਨੀਕੋਡ ਵਾਲਾ ਲਿਖਿਆ, ਹਾਹੇ ਦਾ ਕੋਡ ਕੀ ਹੈ? 2617, ਲਾਵਾਂ ਦਾ 2632, ਲੱਲੇ ਦਾ 2630, ਘੋੜੇ ਦਾ 2635। ਜਦੋਂ ਸੈਂਡਰ ਨੇ ਯੂਨੀਕੋਡ ਸਿਸਟਮ ਸੈਂਡ ਕੀਤਾ ਤਾਂ ਰਿਸੀਵਰ ਕੋਲ ਵੀ ਯੂਨੀਕੋਡ ਸਿਸਟਮ ਹੈ ਤਾਂ ਉਹਨੂੰ ਹੈਲੋ ਹੀ ਮਿਲੂਗਾ, ਕਿਉਂਕਿ ਸਾਰਿਆਂ ਨੂੰ ਇੱਕ ਸੇਮ ਕੋਡ ਮਿਲ ਗਿਆ, ਜਿਵੇਂ ਅਸਕਾਈ ਕੋਡ 'ਚ ਮਿਲਿਆ ਸੀ। ਆਪਾਂ ਪਿੱਛੇ ਐਗਜ਼ਾਮਪਲ ਦੇਖੀ ਸੀ ਵੀ ਅਸਕਾਈ ਕੋਡ ਦੇ ਵਿੱਚ ਪਹਿਲਾਂ ਉਹਨਾਂ ਨੂੰ ਵੀ ਉਹੀ ਪ੍ਰੋਬਲਮ ਆਈ ਸੀ ਵੀ ਸੈਂਡਰ ਕੋਲ ਕੋਈ ਹੋਰ ਇਨਫੋਰਮੇਸ਼ਨ ਸੀ, ਸੈਂਡਰ ਭੇਜਦਾ ਸੀ, ਰਿਸੀਵਰ ਨੂੰ ਕੋਈ ਹੋਰ ਮਿਲਦੀ ਸੀ। ਫਿਰ ਉਹਨਾਂ ਨੇ ਇੱਕ ਸਟੈਂਡਰਡ ਬਣਾ ਲਿਆ, ਸਟੈਂਡਰਡ ਨਾਲ ਉਹਨਾਂ ਦੇ ਕੋਡ ਸੇਮ ਹੋ ਗਏ ਰਿਸੀਵਰ ਤੇ ਸੈਂਡਰ ਦੇ, ਤੇ ਉਹਨਾਂ ਨੂੰ ਇਨਫੋਰਮੇਸ਼ਨ ਸਹੀ ਮਿਲਦੀ ਸੀ। ਹੁਣ ਇਸੇ ਤਰੀਕੇ ਜਿਵੇਂ ਸਕਾਈ ਨਾਲ ਰੋਮਨ ਠੀਕ ਹੋਇਆ, ਯੂਨੀਕੋਡ ਨਾਲ ਕੀ ਹੋ ਗਿਆ, ਸਾਡੇ ਰੀਜਨਲ ਲੈਂਗੁਏਜਸ ਤੇ ਵੀ ਠੀਕ ਹੋਣੇ ਸਟਾਰਟ ਹੋ ਗਏ। ਮਤਲਬ ਜਿਹੜਾ ਸੈਂਡਰ ਸੈਂਡ ਕਰਦਾ ਸੀ ਉਹੀ ਰਿਸੀਵਰ ਨੂੰ ਮਿਲਦੀ ਸੀ ਇਨਫੋਰਮੇਸ਼ਨ। ਹਿੰਦੀ ਲਈ ਜਿਵੇਂ ਪੰਜਾਬੀ ਲਈ ਰਾਵੀ ਫੌਂਟ ਹੈ ਜੋ ਸਾਡੇ ਕੰਪਿਊਟਰ 'ਚ ਪਹਿਲਾਂ ਹੀ ਹੁੰਦਾ ਹੈ, ਹਿੰਦੀ ਲਈ ਮੰਗਲ ਫੌਂਟ ਹੈ। ਯੂਨੀਕੋਡ ਦੇ ਫਾਇਦੇ ਕੀ ਹੈ? ਅਸੀਂ ਫਾਈਲਾਂ ਤੇ ਫੋਲਡਰਾਂ ਦੇ ਨਾਮ ਪੰਜਾਬੀ 'ਚ ਰੱਖ ਸਕਦੇ ਹਾਂ, ਫਾਈਲਾਂ ਤੇ ਫੋਲਡਰਾਂ ਨੂੰ ਲੱਭ ਸਕਦੇ ਹਾਂ, ਉਹਨਾਂ ਨੂੰ ਅਸੈਂਡਿੰਗ ਡਿਸੈਂਡਿੰਗ ਆਰਡਰ 'ਚ ਬਣਾ ਸਕਦੇ ਹਾਂ।
ਜਾਂ ਹੋਰ ਵੀ ਜਿਹੜੇ ਆਪਾਂ ਈਮੇਲ ਵਰਤਦੇ ਆ, ਜਦੋਂ ਅਸੀਂ WhatsApp ਤੇ ਜਾਂ Facebook ਤੇ ਕੋਈ ਵੀ ਮੈਸੇਜ ਪਾਉਂਦੇ ਆ, ਜੇ ਉਹ ਪੰਜਾਬੀ 'ਚ ਹੈ ਤਾਂ ਇਹਦਾ ਮਤਲਬ ਉਹ ਯੂਨੀਕੋਡ 'ਚ ਹੀ ਹੈ। ਇਹਦਾ ਮਤਲਬ ਇਹ ਨਹੀਂ ਹੈ ਵੀ ਯੂਨੀਕੋਡ ਕੋਈ ਨਵੀਂ ਚੀਜ਼ ਆ ਗਈ। ਜੇ ਅਸੀਂ Facebook ਤੇ ਕੋਈ ਮੈਸੇਜ ਪਾ ਰਹੇ ਹਾਂ ਪੰਜਾਬੀ 'ਚ, ਉਹ ਯੂਨੀਕੋਡ ਸਿਸਟਮ 'ਚ ਹੀ ਪੈ ਰਿਹਾ। ਜਦੋਂ ਆਪਾਂ WhatsApp ਤੇ ਕੋਈ ਮੈਸੇਜ ਪਾ ਰਹੇ ਹੋ, ਯੂਨੀਕੋਡ ਸਿਸਟਮ 'ਚ ਹੀ ਪੈ ਰਿਹਾ, ਕਿਉਂਕਿ ਇਹ ਐਪਸ ਜਿਹੜੀਆਂ ਜਿਵੇਂ ਆਪਾਂ ਕਹੀਏ ਵੀ ਬਣੀਆਂ ਹੋਈਆਂ ਯੂਨੀਕੋਡ ਬੇਸਡ ਹੈ। ਪਰ ਜਦੋਂ ਸਾਡੀ ਟਾਈਪਿੰਗ ਦੀ ਗੱਲ ਆਉਂਦੀ ਹੈ, ਜਦੋਂ ਸਾਡੇ ਇੰਡੀਵਿਜੂਅਲ ਲੈਵਲ ਦੀ ਗੱਲ ਆਉਂਦੀ ਹੈ, ਉਦੋਂ ਅਸੀਂ ਯੂਨੀਕੋਡ ਨਹੀਂ ਵਰਤਦੇ। ਉਦੋਂ ਅਸੀਂ ਦੂਜੇ ਫੌਂਟ ਵਰਤ ਲੈਂਦੇ ਹਾਂ, ਜਿਹਦੀ ਪ੍ਰੋਬਲਮ ਕੀ ਹੁੰਦੀ ਹੈ, ਜਦੋਂ ਅਸੀਂ ਉਹ ਫਾਈਲ ਕਿਤੇ ਹੋਰ ਜਗ੍ਹਾ ਭੇਜਦੇ ਹਾਂ ਤਾਂ ਪੜ੍ਹਨ ਯੋਗ ਨਹੀਂ ਰਹਿੰਦੀ। ਜੇ ਆਪਾਂ ਗੱਲ ਕਰੀਏ ਆਉਣ ਵਾਲੇ ਟਾਈਮ 'ਚ ਜਿੰਨਾ ਵੀ ਇਨਫੋਰਮੇਸ਼ਨ ਹੈ ਇਹਨੂੰ ਕੰਪਿਊਟਰ ਤੇ ਪਾਈ ਜਾਊਗੀ ਹੋਈ ਇਹ ਕਿਸੇ ਵੀ ਤਰੀਕੇ, ਤਾਂ ਜਿੰਨਾ ਕੁਝ ਅਸੀਂ ਅਨਮੋਲ ਅਸੀਂ ਇਸ 'ਚ ਟਾਈਪ ਕਰ ਰਹੇ ਹਾਂ ਉਹ ਸਾਡਾ ਇੱਕ ਵਾਰ ਵੇਸਟ ਹੋ ਜਾਊਗਾ, ਕਿਉਂਕਿ ਉਹ ਯੂਨੀਕੋਡ ਬੇਸਡ ਨਹੀਂ ਹੈ। ਉਹਨੂੰ ਸਾਨੂੰ ਯੂਨੀਕੋਡ 'ਚ ਕਨਵਰਟ ਕਰਨਾ ਪਊਗਾ। ਇਹਦੇ ਲਈ ਅਸੀਂ ਇੱਕ ਸਾਈਟ ਵੀ ਬਣਾਈ ਹੋਈ ਹੈ, gurumukhi.font-converter.com, gurumukhi.font-converter.com, ਜਿੱਥੇ ਜਾ ਕੇ ਤੁਸੀਂ ਕਿਸੇ ਵੀ ਫੌਂਟ ਨੂੰ, ਕਿਸੇ ਵੀ ਡਾਟੇ ਨੂੰ, ਜਿਵੇਂ ਅਨਮੋਲ 'ਚ ਲਿਖਿਆ, ਸੀਸ 'ਚ ਲਿਖਿਆ, ਪ੍ਰਾਈਮਜਾ 'ਚ ਲਿਖਿਆ, ਉਸਨੂੰ ਤੁਸੀਂ ਯੂਨੀਕੋਡ 'ਚ ਕਨਵਰਟ ਕਰ ਸਕਦੇ ਆ। ਉਹਦੇ ਨਾਲ ਉਹ ਕੀ ਹੈ, ਚਾਹੇ ਤੁਸੀਂ ਉਸਨੂੰ ਈਮੇਲ 'ਚ ਸ਼ੇਅਰ ਕਰ ਲਓ, WhatsApp ਤੇ ਸ਼ੇਅਰ ਕਰੋ, ਉਹ ਸਾਰੇ ਕੰਪਿਊਟਰ 'ਚ ਪੜ੍ਹਨ ਯੋਗ ਰਹੂਗਾ। ਇਹ ਮੇਰਾ ਇੱਕ ਸਿੰਪਲ ਜਿਹਾ ਟੌਪਿਕ ਸੀ। ਅਗਰ ਕਿਸੇ ਨੂੰ ਕੋਈ ਕਨਫਿਊਜ਼ਨ ਹੈ